ਸੋ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜਿਸ ਵੇਲੇ ਮਾਨਸਰੋਵਰ ਦੇ ਇਲਾਕੇ 'ਚੋਂ ਵਾਪਸ ਆ ਰਹੇ ਨੇ ਲਦਾਖ ਤੋਂ ਨਿੰਮੂ ਤੋਂ ਸਕਾਰਡੂ, ਕਾਰਗਿਲ, ਇਸ ਤੋਂ ਬਾਅਦ ਆਏ ਨੇ ਮੱਟਨ, ਅਤੇ ਮੱਟਨ ਤੋਂ ਬਾਅਦ ਗਏ ਨੇ ਮੁਜ਼ੱਫਰਾਬਾਦ, ਜਿਹੜਾ ਅੱਜ ਪਾਕਿਸਤਾਨ ਦੇ ਵਿੱਚ ਹੈ। ਮੁਜ਼ੱਫਰਾਬਾਦ ਦਾ ਜ਼ਿਕਰ ਮੈਂ ਇਸ ਕਰਕੇ ਕਰ ਲੱਗਾ ਕਿਉਂਕਿ ਬਾਬਾ ਮੱਖਣ ਸ਼ਾਹ ਲਬਾਣਾ ਜੀ ਦਾ ਪਰਿਵਾਰਕ ਪਿਛੋਕੜ ਦਾ ਸੰਬੰਧ ਉੱਥੇ ਹੈ। ਪਰ ਸਾਡੇ ਕੁਝ ਇਤਿਹਾਸਕਾਰਾਂ ਨੇ ਦੱਖਣ ਦੇ ਨਾਲ ਜੋੜਿਆ। ਉਹ ਸਾਡੇ ਇਤਿਹਾਸਕਾਰ ਨੇ ਸ਼ੇਰ ਸਿੰਘ, ਉਸ ਤੋਂ ਬਾਅਦ ਗੁਲਚਰਨ ਸਿੰਘ, ਅਤੇ ਉਸ ਤੋਂ ਬਾਅਦ ਪਿਆਰਾ ਸਿੰਘ ਪਦਮ, ਕਿਉਂਕਿ ਉਹਨਾਂ ਨੇ ਜਿਹੜਾ ਇਤਿਹਾਸ ਦਾ ਆਧਾਰ ਲਿਆ, ਉਹਨਾਂ ਲਿਆ ਕਨ੍ਹਈਆ ਲਾਲ ਦੀ ਫਾਰਸੀ ਦੀ ਲਿਖਤ ਤਾਰੀਖੇ ਪੰਜਾਬ। ਅਤੇ ਜਿਹੜਾ ਕਨ੍ਹਈਆ ਲਾਲ ਹੈ ਉਹ ਅੰਗਰੇਜ਼ਾਂ ਦਾ ਨੌਕਰ ਸੀ, ਉਹਦਾ ਤਾਂ ਕੰਮ ਹੈ ਇਤਿਹਾਸ ਨੂੰ ਸਿੱਖੀ ਤੋਂ ਦੂਰ ਕਰਨਾ। ਸੋ ਉਹਨੇ ਆਪਣੀ ਮਰਜ਼ੀ ਦੇ ਅਨੁਸਾਰ ਦੱਖਣ ਦੇ ਨਾਲ ਜੋੜ ਦਿੱਤਾ। ਪਰ ਮੈਂ ਕਹਿੰਦਾ ਭਲਾ ਹੋਵੇ ਭੱਟ ਪਰਿਵਾਰਾਂ ਦਾ, ਜਿਨ੍ਹਾਂ ਨੇ ਭੱਟ ਵਹੀਆਂ ਲਿਖੀਆਂ। ਅਤੇ ਜੇਕਰ ਅੱਜ ਸਾਡੇ ਕੋਲ ਭੱਟ ਅੱਖਰੀ ਦੇ ਵਿੱਚ ਲਿਖੀਆਂ ਉਹਨਾਂ ਦੀਆਂ ਭੱਟ ਵਹੀਆਂ ਨਾ ਹੁੰਦੀਆਂ, ਮੈਨੂੰ ਲੱਗਦਾ ਕਿ ਆਉਣ ਵਾਲੇ ਹੋਰ 10-20 ਸਾਲ ਨੇ ਭੱਟ ਅੱਖਰੀ ਪੜ੍ਹਨ ਵਾਲੇ ਵਿਦਵਾਨ ਵੀ ਕੌਮ 'ਚੋਂ ਖਤਮ ਹੋ ਜਾਣਗੇ, ਕਿਉਂਕਿ ਉਹਦੀ ਵੀ ਇੱਕ ਵੱਖਰੀ ਲਿਪੀ ਹੈ। ਜੇ ਕਿਤੇ ਸਾਡੇ ਕੋਲ ਉਹ ਭੱਟ ਵਹੀਆਂ ਨਾ ਹੁੰਦੀਆਂ ਅਤੇ ਸਾਡੇ ਕੋਲ ਲਬਾਣਾ ਬਰਾਦਰੀ ਦੇ ਇਤਿਹਾਸ ਦੇ ਕਈ ਅੰਸ਼ ਅਤੇ ਕਈ ਤਾਰੀਖਾਵਲੀਆਂ ਹਮੇਸ਼ਾ ਵਾਸਤੇ ਖਤਮ ਹੋ ਜਾਣੀਆਂ ਸੀ। ਅੱਜ ਜਿੱਦਾਂ ਵੀ ਸਾਡੇ ਕੋਲ ਇਤਿਹਾਸ ਹੈ ਉਹ ਭੱਟ ਵਹੀ ਮੁਲਤਾਨੀ ਦੇ ਉੱਪਰ ਆਧਾਰਿਤ ਹੈ। ਜਿੰਨੀਆਂ ਵੀ ਖੋਜਾਂ ਹੋ ਰਹੀਆਂ ਨੇ ਇਸ ਪਰਿਵਾਰ ਦੇ ਉੱਪਰ, ਇਸ ਬਰਾਦਰੀ ਦੇ ਉੱਪਰ, ਉਹਨਾਂ ਦਾ ਆਧਾਰ ਹੀ ਇਹੀ ਹੈ ਕਿ ਸਾਡੇ ਕੋਲ ਭੱਟ ਵਹੀਆਂ ਦੇ ਪ੍ਰਮਾਣਿਕ ਸਰੋਤ ਨੇ। ਸੋ ਉਹਨਾਂ ਸਰੋਤਾਂ ਦਾ ਆਧਾਰ ਮੈਂ ਗੁਰੂ ਨਾਨਕ ਸਾਹਿਬ ਤੋਂ ਤੁਹਾਡੇ ਨਾਲ ਸਾਂਝਾ ਕਰਦਾ। ਗੁਰੂ ਨਾਨਕ ਸਾਹਿਬ ਮੁਜ਼ੱਫਰਾਬਾਦ ਦੇ ਕੋਲ ਇੱਕ ਛੋਟਾ ਜਿਹਾ ਪਿੰਡ ਹੈ ਗੁਜਰਾਤ। ਹੁਣ ਸਮੱਸਿਆ ਇੱਥੇ ਇਹ ਹੋ ਗਈ ਕਿ ਜਦੋਂ ਸਰੋਤਾਂ ਦੇ ਵਿੱਚ ਗੁਜਰਾਤ ਸ਼ਬਦ ਆਇਆ ਨਾ ਤਾਂ ਅਸੀਂ ਹਿੰਦੁਸਤਾਨ ਵਾਲੇ ਗੁਜਰਾਤ ਦੇ ਨਾਲ ਜੋੜ ਲਿਆ। ਇੱਥੇ ਗਲਤਫਹਿਮੀ ਪੈਦਾ ਹੋ ਗਈ। ਇਹ ਗੁਜਰਾਤ ਜਿਹੜਾ ਇਹ ਬਾਅਦ 'ਚ ਹੋਣ 'ਚ ਆਇਆ, ਪਰ ਜਿਹੜਾ ਗੁਰੂ ਕਾਲ ਦੇ ਸਮੇਂ ਗੁਜਰਾਤ ਸ਼ਬਦ ਆਉਂਦਾ ਹੈ ਉਹ ਰਾਮ ਗੋਪਾਲ ਗੁੱਜਰ ਦਾ ਵਿਛਾਇਆ ਨਗਰ ਪਾਕਿਸਤਾਨ ਦੇ ਵਿੱਚ ਹੈ ਗੁਜਰਾਤ, ਜਿਹੜਾ ਕਦੀ ਇੱਕ ਛੋਟਾ ਜਿਹਾ ਪਿੰਡ ਸੀ ਜਿੱਥੇ ਭਾਈ ਭਿਖਾਰੀ ਵਰਗੇ ਵਸਦੇ ਸੀ, ਉਹ ਵੀ ਗੁਜਰਾਤ ਦੇ ਵਿੱਚ ਸੀ, ਜਿੱਥੇ ਸਿੱਖੀ ਬਹੁਤ ਫੈਲੀ ਹੋਈ ਸੀ। ਔਰ ਉਸ ਨਗਰ ਦੇ ਵਿੱਚ ਜਦੋਂ ਗੁਰੂ ਨਾਨਕ ਸਾਹਿਬ ਪਹੁੰਚੇ ਅਤੇ ਉਹਦਾ ਆਧਾਰ ਹੈ ਸਾਡੇ ਕੋਲ ਪੁਰਾਤਨ ਜਨਮ ਸਾਖੀ, ਜਿਸ ਨੂੰ ਵਿਲਾਇਤ ਵਾਲੀ ਜਨਮ ਸਾਖੀ ਕਿਹਾ ਜਾਂਦਾ ਹੈ। ਗੁਰੂ ਨਾਨਕ ਸਾਹਿਬ ਮਰਦਾਨੇ ਨੂੰ ਇੱਕ ਸਵਾਲ ਕਰਦੇ ਨੇ। ਸਵਾਲ ਕੀ ਹੈ? ਕਿਤੇ ਉਸ ਜਨਮ ਸਾਖੀ ਦਾ ਇੱਕ ਖਰੜਾ ਮੇਰੀ ਲਾਇਬ੍ਰੇਰੀ ਦੇ ਵਿੱਚ ਪਿਆ ਹੈ, ਕਿਸੇ ਵੀਰ ਨੂੰ ਕਿਤੇ ਪੜ੍ਹਨ ਦਾ ਸ਼ੌਕ ਹੋਵੇ ਆ ਕੇ ਜ਼ਰੂਰ ਵੇਖਿਓ। ਉਹਦੇ ਵਿੱਚ ਤਸਵੀਰਾਂ ਵੀ ਨੇ, ਅਤੇ ਉਸ ਤਸਵੀਰ ਦੇ ਵਿੱਚ ਇੱਕ ਨਾਇਕ ਜਿਹੜਾ ਕਿ ਲੁਬਾਣਿਆਂ ਦੇ ਮੁਖੀ ਨੂੰ ਕਿਹਾ ਜਾਂਦਾ ਸੀ, ਉਹ ਗੁਰੂ ਨਾਨਕ ਸਾਹਿਬ ਦੇ ਸਾਹਮਣੇ ਬੈਠਾ ਹੈ। ਪਿੱਛੇ ਇੱਕ ਘਰ ਹੈ ਅਤੇ ਘਰ ਦੇ ਪਿੱਛੇ 4 ਝੰਡੇ ਝੂਲਦੇ ਨਜ਼ਰ ਆ ਰਹੇ ਨੇ। ਇਹ ਜਿਹੜੇ ਝੰਡੇ ਝੂਲਣੇ ਜਨਮ ਸਾਖੀ ਦੇ ਵਿੱਚ ਵਿਖਾਉਣੇ ਨੇ, ਇਹਨਾਂ ਦਾ ਇੱਕ ਆਪਣਾ ਬਹੁਤ ਵੱਡਾ ਮਹੱਤਵ ਹੈ। ਹੁਣ ਤਾਂ ਮੈਂ ਬਾਰ-ਬਾਰ ਕਹਿ ਰਿਹਾ ਕਿ ਅੰਗਰੇਜ਼ੀ ਸ਼ਬਦਾਂ ਦਾ ਸਾਡੀ ਬੋਲੀ ਦੇ ਵਿੱਚ ਇੰਨਾ ਮਿਲਗੋਭਾ ਹੁੰਦਾ ਜਾ ਰਿਹਾ ਕਿ ਸਾਡੀ ਮੂਲ ਬੋਲੀ ਦੇ ਜਿਹੜੇ ਸ਼ਬਦ ਨੇ ਉਹ ਗਵਾਚਦੇ ਜਾ ਰਹੇ। ਪੁਰਾਣੇ ਬਜ਼ੁਰਗਾਂ ਨੂੰ ਪਤਾ ਹੈ, ਕਿਤੇ ਮਜ਼ਾਕ ਦੇ ਨਾਲ ਕਿਸੇ ਨੂੰ ਕਹਿ ਦੇਣਾ ਕਿ ਤੇਰੇ ਕੋਲ ਕੀ ਹੈ, ਅਤੇ ਅੱਗੋਂ ਜਵਾਬ ਪਤਾ ਕੀ ਹੁੰਦਾ ਸੀ? ਜੇ ਮੇਰੇ ਕੋਲ ਕੁਝ ਨਹੀਂ ਤਾਂ ਤੇਰੇ ਕਿਹੜੇ ਝੰਡੇ ਝੂਲਦੇ ਨੇ। ਸਾਡਾ ਹੀ ਜਵਾਬ ਹੁੰਦਾ ਸੀ ਨਾ ਕਿ ਜੇ ਮੇਰੇ ਕੋਲ ਕੁਝ ਨਹੀਂ ਤਾਂ ਤੇਰੇ ਕੋਲ ਕਿਹੜੇ ਝੰਡੇ ਝੂਲਦੇ ਨੇ। ਅਤੇ ਹੁਣ ਇਹੀ ਸਵਾਲ ਗੁਰੂ ਨਾਨਕ ਸਾਹਿਬ ਦਾ ਮਰਦਾਨੇ ਨੂੰ ਹੈ। ਮਰਦਾਨਿਆਂ ਕਿਸਕਾ ਗ੍ਰਹਿ ਹੈ, 4 ਧਵਜ ਝੂਲਤੇ ਹਨ। ਮਰਦਾਨਿਆਂ ਇਹ ਕਿਹਦਾ ਘਰ ਹੈ? ਪਿੱਛੇ 4 ਝੰਡੇ ਝੂਲ ਰਹੇ ਨੇ। ਇਹਦਾ ਮਤਲਬ ਕਿ ਝੰਡੇ ਝੂਲਣ ਦਾ ਬਹੁਤ ਵੱਡਾ ਮਤਲਬ ਸੀ। ਤੁਸੀਂ ਹਰ ਸਾਲ ਖੇਤੀਬਾੜੀ ਵਾਲੇ ਵੀਰਾਂ ਨੂੰ, ਜ਼ਰਾਇਤੀ ਖੇਤਰ ਵਾਲਿਆਂ ਨੂੰ ਤਾਂ ਮਾਫ ਹੈ, ਜਿਹੜੇ ਨੌਕਰੀਆਂ ਕਰਦੇ ਨੇ ਜਾਂ ਬਿਜ਼ਨਸ ਕਰਦੇ ਨੇ, ਤੁਸੀਂ ਹਰ ਸਾਲ ਆਪਣੀ ITR ਇਨਕਮ ਟੈਕਸ ਰਿਟਰਨ ਫਾਈਲ ਕਰਦੇ ਹੋ। ਤੁਸੀਂ ਦੱਸਦੇ ਹੋ, ਬੇਸ਼ੱਕ ਸਾਰੇ ਅਸੀਂ ਛਪਾਉਂਦੇ ਵੀ ਹਾਂ, ਕਦੀ ਸੱਚ ਨਹੀਂ ਦੱਸਦੇ। ਅਸੀਂ ਦੱਸਦੇ ਹਾਂ ਕਿ ਇੰਨਾ ਕਮਾਇਆ ਅਸੀਂ ਸਾਲ ਦੇ ਵਿੱਚ, ਅਤੇ ਆਹ ਅਸੀਂ ਡਿਕਲੇਅਰ ਕਰ ਦਿੱਤਾ। ਟਰਕਿਸ਼ ਤੋਂ ਬਾਅਦ ਇਹ ਪੰਜਾਬ ਦੇ ਵਿੱਚ ਜਾਂ ਹਿੰਦੁਸਤਾਨ ਦੇ ਬਹੁਤ ਖੇਤਰਾਂ ਦੇ ਵਿੱਚ ਪਰੰਪਰਾ ਰਹੀ ਹੈ ਕਿ ਜਿਸ ਘਰ ਦੇ ਵਿੱਚ ਸੋਨੇ ਦੀਆਂ 1 ਲੱਖ ਮੋਹਰਾਂ ਦੀ ਮਲਕੀਅਤ ਹੋਵੇ, ਉਹ ਆਪਣੇ ਘਰ ਦੇ ਉੱਪਰ ਇੱਕ ਝੰਡਾ ਲਗਾ ਸਕਦਾ ਸੀ। ਇਹਦਾ ਮਤਲਬ ਕਿ ਝੰਡਾ ਝੂਲਣ ਦਾ ਮਤਲਬ ਸੀ ਕਿ ਘਰ ਦੇ ਵਿੱਚ ਬਹੁਤ ਵੱਡਾ ਖਜ਼ਾਨਾ ਹੈ। ਇਸੇ ਕਰਕੇ ਇਹ ਮੁਹਾਵਰਾ ਬਣ ਗਿਆ ਕਿ ਜੇ ਮੇਰੇ ਕੋਲ ਕੁਝ ਨਹੀਂ ਤੇ ਤੇਰੇ ਕਿਹੜੇ ਝੰਡੇ ਝੂਲਦੇ ਨੇ। ਹੁਣ ਇਹੀ ਸਵਾਲ ਗੁਰੂ ਨਾਨਕ ਸਾਹਿਬ ਦਾ ਹੈ ਮਰਦਾਨੇ ਨੂੰ, ਮਰਦਾਨਿਆਂ ਕਿਹਦਾ ਘਰ ਹੈ, ਕਿਸਕਾ ਗ੍ਰਹਿ?
ਜਨਮ ਸਾਖੀ ਦੇ ਸ਼ਬਦ ਨੇ। ਕਿਹਦਾ ਘਰ ਹੈ? ਚਾਰ ਤਵਜ ਝੂਲਦੇ ਨੇ। ਇਹਦਾ ਮਤਲਬ ਅੰਦਾਜ਼ਾ ਤੁਸੀਂ ਲਾ ਲਓ ਕਿ ਉਹਨਾਂ ਸਮਿਆਂ ਦੇ ਵਿੱਚ ਉਹਦਾ ਆਰਥਿਕ ਪੱਧਰ ਉਸ ਪਰਿਵਾਰ ਦਾ ਕਿੰਨਾ ਉੱਚਾ ਹੋਵੇਗਾ। 1850-60 ਤੱਕ ਪੰਜਾਬ ਦੇ ਦੁਆਬੇ ਦੇ ਵਿੱਚ ਇੱਕ ਪਿੰਡ ਹੈ ਜਿੱਥੇ ਹਰ ਘਰ ਦੇ ਉੱਪਰ ਤਕਰੀਬਨ ਇੱਕ ਝੰਡਾ ਝੂਲਦਾ ਸੀ। ਸੁਨਿਆਰਾ ਬਰਾਦਰੀ ਦਾ ਪਿੰਡ ਹੈ ਫਿਲੌਰ ਦੇ ਕੋਲ ਅਪਰਾ। ਕਾਹਦੇ ਕਰਕੇ ਝੂਲਦਾ ਸੀ ਝੰਡਾ? ਅੰਗਰੇਜ਼ ਰਾਜ ਤੱਕ ਝੂਲਦਾ ਰਿਹਾ ਕਿ ਇਸ ਘਰ ਦੇ ਵਿੱਚ ਇੰਨੀ ਸੋਨੇ ਦੀ ਮਲਕੀਅਤ ਹੈ, ਡੈਕਲੇਰੇਸ਼ਨ ਸੀ ਇੱਕ ਤਰ੍ਹਾਂ ਦੀ। ਹੁਣ ਤੁਸੀਂ ਅੰਦਾਜ਼ਾ ਲਾ ਲਓ ਕਿ ਇਹ ਘਟਨਾ 1520-21 ਦੀ ਹੈ ਤੇ ਜਿਸ ਘਰ ਦੇ ਉੱਪਰ 550 ਸਾਲ ਪਹਿਲਾਂ ਚਾਰ ਝੰਡੇ ਝੂਲ ਰਹੇ ਨੇ, ਉਸ ਪਰਿਵਾਰ ਦਾ ਆਰਥਿਕ ਪੱਧਰ ਕਿੰਨਾ ਉੱਚਾ ਹੋਵੇਗਾ। ਭਾਈ ਮਰਦਾਨਾ ਜੀ ਨੇ ਗੁਰੂ ਨਾਨਕ ਸਾਹਿਬ ਨੂੰ ਆ ਕੇ ਦੱਸਿਆ, ਬਾਬੇ ਸਾਉਣ ਦਾ ਗ੍ਰਹਿ ਹੈ। ਗੁਰੂ ਨਾਨਕ ਸਾਹਿਬ ਨੇ ਕਿਹਾ ਬੁਲਾਓ। ਬਾਬਾ ਸਾਉਣ ਆਇਆ। ਜਦੋਂ ਬਾਬਾ ਸਾਉਣ ਆਇਆ ਤੇ ਗੁਰੂ ਨਾਨਕ ਸਾਹਿਬ ਦੀ ਸੰਗਤ ਕੀਤੀ। ਗੁਰੂ ਨਾਨਕ ਸਾਹਿਬ ਨੇ 3 ਦਿਨ ਉਸ ਸ਼ਹਿਰ 'ਚ ਵਿਸ਼ਰਾਮ ਕੀਤਾ ਤੇ ਤਿੰਨੇ ਦਿਨ ਸਵੇਰੇ ਸ਼ਾਮ ਬਾਬਾ ਸਾਉਣ ਆ ਕੇ ਗੁਰੂ ਨਾਨਕ ਸਾਹਿਬ ਦੇ ਪ੍ਰਵਚਨਾਂ ਨੂੰ ਸੁਣਦਾ ਹੈ। ਅਖੀਰ ਐਸਾ ਅਸਰ ਹੋਇਆ ਕਿ ਗੁਰੂ ਨਾਨਕ ਸਾਹਿਬ ਦਾ ਸਿੱਖ ਬਣ ਗਿਆ। ਚੌਥੇ ਦਿਨ ਜਦੋਂ ਗੁਰੂ ਨਾਨਕ ਸਾਹਿਬ ਵਾਪਸ ਜਾਣ ਲੱਗੇ ਨਾ ਤੇ ਪੈਰਾਂ ਦੇ ਉੱਪਰ ਸਿਰ ਰੱਖ ਕੇ ਕਹਿੰਦਾ ਹੈ, ਹੁਣ ਤੁਸੀਂ ਵੇਖਿਓ ਸਿੱਖੀ, ਸਮਰਪਣ। ਬਾਬਾ ਸਾਉਣ ਬਾਬਾ ਮੱਖਣ ਸ਼ਾਹ ਲਬਾਣੇ ਦੇ ਦਾਦੇ ਦਾ ਦਾਦਾ ਗੁਰੂ ਨਾਨਕ ਸਾਹਿਬ ਦੇ ਪੈਰਾਂ ਦੇ ਉੱਪਰ ਸਿਰ ਰੱਖ ਕੇ ਕਹਿੰਦਾ ਹੈ, ਬਾਬਾ ਜਾਂ ਤੇ ਤੂੰ ਇੱਥੇ ਰਹਿ ਜਾ ਤੇ ਜਾਂ ਮੈਨੂੰ ਵੀ ਲੈ ਜਾ, ਮੈਂ ਤੇਰੇ ਤੋਂ ਬਿਨਾਂ ਰਹਿ ਹੀ ਨਹੀਂ ਸਕਦਾ। ਜਾਂ ਤਾਂ ਤੂੰ ਇੱਥੇ ਰਹਿ ਜਾ ਤੇ ਜਾਂ ਮੈਨੂੰ ਵੀ ਲੈ ਜਾ, ਮੈਂ ਤੇਰੇ ਤੋਂ ਬਿਨਾਂ ਰਹਿ ਹੀ ਨਹੀਂ ਸਕਦਾ। ਤੇ ਗੁਰੂ ਨਾਨਕ ਸਾਹਿਬ ਨੇ ਜਿਹੜਾ ਸੰਦੇਸ਼ ਦਿੱਤਾ ਬੜਾ ਪਿਆਰਾ ਹੈ। ਕਹਿੰਦੇ ਬਾਬਾ ਸਾਉਣ, ਜੇ ਤੇ ਮੇਰੇ ਸਰੀਰ ਦੇ ਨਾਲ ਜੁੜੇਗਾ ਫਿਰ ਕਦੀ ਮਿਲਾਪ ਹੋ ਹੀ ਨਹੀਂ ਸਕਦਾ, ਕਿਉਂਕਿ ਤੇ ਸਰੀਰ ਤੇ ਸਾਰਿਆਂ ਦਾ ਜਾਣਾ ਹੈ। ਅਸੀਂ ਜਿੰਨੇ ਵੀ ਬੈਠੇ ਹਾਂ, ਜਿਸ ਆਸਣ ਹਮ ਬੈਠੇ ਕਿਤੇ ਬੈਸ ਗਿਆ, ਕਈ ਆਏ ਕਈ ਚਲੇ ਗਏ। ਸਰੀਰ ਕਰਕੇ ਇੱਥੇ ਕੋਈ ਨਹੀਂ ਰਹਿ ਸਕਦਾ। ਅੱਜ ਸਾਡੇ 'ਚ ਵੀ ਤਾਂ ਇਹ ਘਾਟ ਆਈ ਹੈ ਨਾ, ਅਸੀਂ ਸਰੀਰਾਂ ਦੇ ਨਾਲ ਜੁੜਦੇ, ਸ਼ਬਦ ਦੇ ਨਾਲ ਨਹੀਂ ਜੁੜਦੇ। ਕੋਈ ਵੀ ਪਖੰਡੀ ਆਉਂਦਾ, ਡੇਰੇਦਾਰ ਆਉਂਦਾ, ਸਾਧ ਆਉਂਦਾ, ਉਹ ਸਾਨੂੰ ਸਰੀਰ ਦੇ ਨਾਲ ਜੋੜਦਾ ਹੈ। ਮੇਰਾ ਡੇਰਾ, ਮੇਰੀ ਮਰਿਆਦਾ, ਮੇਰੇ 5 ਪਿਆਰੇ। ਵੀ ਕਦੋਂ ਦੇ ਹੋ ਗਏ? 5 ਪਿਆਰੇ ਤਾਂ ਗੁਰੂ ਦੇ ਸੀ, ਡੇਰੇਦਾਰ ਦੇ ਕਦੋਂ ਦੇ ਹੋ ਗਏ? ਮੇਰੇ 5 ਪਿਆਰੇ, ਮੇਰੀ ਮਰਿਆਦਾ, ਮੇਰੇ ਗਾਤਰੇ ਦਾ ਰੰਗ ਵੱਖਰਾ, ਮੇਰਾ ਡੇਰਾ, ਸਭ ਕੁਝ ਮੇਰਾ। ਸਰੀਰ ਦੇ ਨਾਲ ਜੋੜਿਆ ਜਾ ਰਿਹਾ ਸਾਨੂੰ। ਪਰ ਜੇਕਰ ਸ਼ਬਦ ਦੇ ਨਾਲ ਜੋੜਿਆ ਜਾਂਦਾ ਫਿਰ ਮੇਰਾ ਸ਼ਬਦ ਨਾ ਹੁੰਦਾ, ਫਿਰ ਕਿਹਾ ਜਾਂਦਾ ਗੁਰੂ ਦੀ ਮਰਿਆਦਾ, ਗੁਰੂ ਦਾ ਅੰਮ੍ਰਿਤ, ਗੁਰੂ ਦੀ ਕਿਰਪਾਨ, ਗੁਰੂ ਦੀ ਸ਼ਮਸ਼ੀਰ। ਫਿਰ ਤੇ ਗੁਰੂ ਦੇ ਨਾਲ ਜੋੜਿਆ ਜਾਂਦਾ। ਅੱਜ ਸਾਨੂੰ ਸਰੀਰ ਦੇ ਨਾਲ ਜੋੜਿਆ ਜਾ ਰਿਹਾ। ਤੇ ਗੁਰੂ ਨਾਨਕ ਸਾਹਿਬ ਨੇ ਬਾਬਾ ਸਾਉਣ ਨੂੰ ਕਿਹਾ, ਬਾਬਾ ਸਾਉਣ, ਜੇ ਤੇ ਸਰੀਰ ਦੇ ਨਾਲ ਜੁੜੇਗਾ ਫਿਰ ਕਦੀ ਵੀ ਮਿਲਾਪ ਨਹੀਂ, ਤੇ ਜੇ ਸ਼ਬਦ ਦੇ ਨਾਲ ਜੁੜੇਗਾ ਫਿਰ ਕਦੀ ਵੀ ਵਿਛੋੜਾ ਨਹੀਂ। ਗੱਲ ਤਾਂ ਸਿੱਧੀ ਹੈ। ਸਰੀਰ ਦੇ ਨਾਲ ਜੁੜੇਗਾ ਤੇ ਮਿਲਾਪ ਕਦੀ ਨਹੀਂ, ਸ਼ਬਦ ਦੇ ਨਾਲ ਜੁੜੇਗਾ ਤੇ ਵਿਛੋੜਾ ਕਦੀ ਨਹੀਂ। ਤੂੰ ਸ਼ਬਦ ਦੇ ਨਾਲ ਜੁੜ, ਤੇਰੀਆਂ ਪੀੜ੍ਹੀਆਂ ਜੁੜੀਆਂ ਰਹਿਣਗੀਆਂ। ਉਹ ਪੀੜ੍ਹੀਆਂ ਹੀ ਜੁੜੀਆਂ ਰਹੀਆਂ। ਬਾਬਾ ਸਾਉਣ ਜੀ ਦਾ ਪੁੱਤਰ ਬਾਬਾ ਅਰਥਾ, ਬਾਬੇ ਅਰਥਾ ਜੀ ਦਾ ਪੁੱਤਰ ਬਾਬਾ ਬਿੰਨਾ, ਬਾਬੇ ਬਿੰਨਾ ਜੀ ਦਾ ਪੁੱਤਰ ਬਾਬਾ ਦਾਸਾ, ਔਰ ਬਾਬਾ ਦਾਸਾ ਜੀ ਦਾ ਪੁੱਤਰ ਬਾਬਾ ਮੱਖਣ ਸ਼ਾਹ ਲਬਾਣਾ। ਹੁਣ ਗੁਰੂ ਨਾਨਕ ਸਾਹਿਬ ਦੇ ਸਮੇਂ ਪਰਿਵਾਰ ਜੁੜਿਆ ਸੀ ਤੇ 9ਵੇਂ ਪਾਤਸ਼ਾਹ ਤੱਕ ਜੁੜਿਆ ਰਿਹਾ। ਕਿਉਂ ਜੁੜਿਆ ਰਿਹਾ? ਕਿਉਂਕਿ ਸ਼ਬਦ ਦੇ ਨਾਲ ਜੁੜਿਆ ਸੀ। ਜੇ ਸਰੀਰ ਦੇ ਨਾਲ ਜੁੜਿਆ ਤੇ ਮਿਲਾਪ ਉਦੋਂ ਹੀ ਖਤਮ ਸੀ। ਸ਼ਬਦ ਦੇ ਨਾਲ ਜੁੜਿਆ ਤੇ ਸ਼ਬਦ ਦੇ ਨਾਲ ਜੁੜਿਆ ਸੀ ਤੇ ਇਹ ਪਰਿਵਾਰ ਦੀਆਂ ਪੀੜ੍ਹੀਆਂ ਜਿਹੜੀਆਂ 10ਮ ਪਾਤਸ਼ਾਹ ਤੱਕ ਜੁੜੀਆਂ ਰਹੀਆਂ।